प्यारे बच्चों, ਅੱਜ 19 ਅਗਸਤ 2020 ਹੈ। ਮੈਂ ਪੈਸ 2020 ਅਭਿਆਸ ਸ਼ੀਟ ਤੁਹਾਡੀ 3 ਲੈ ਕੇ ਹਾਜ਼ਰ ਹਾਂ। ਉਮੀਦ ਕਰਦੀ ਹਾਂ ਤੁਹਾਨੂੰ 17 18 ਦੀ ਪੈਸ ਦੀ ਜੋ ਵੀ ਸ਼ੀਟਸ ਆ ਰਹੀਆਂ ਤੁਹਾਨੂੰ ਸਮਝ ਆ ਰਹੀਆਂ। ਅੱਜ ਆਪਾਂ ਅਭਿਆਸ ਸ਼ੀਟ ਤੀਸਰੀ ਕਰਨ ਜਾ ਰਹੇ ਹਾਂ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਹੋਰ ਵੀ ਜੋ ਦੇਖ ਰਹੇ ਹੈ, ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਬਹੁਤ ਵਧੀਆ ਇਹ ਜਿਹੜਾ ਹੈਗਾ ਉਪਰਾਲਾ ਅਸੀਂ ਕਰ ਰਹੇ ਹਾਂ, ਤਾਂ ਪਲੀਜ਼ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ। ਅੱਜ ਆਪਾਂ ਕਰਾਂਗੇ ਅਭਿਆਸ ਸ਼ੀਟ 3। ਸੇਮ ਉਹੀ ਪੈਟਰਨ ਹੈ, ਬਸ ਇਹਨਾਂ ਦੇ ਵਿੱਚ ਆਪਾਂ ਥੋੜ੍ਹਾ ਜਿਹੜਾ ਹੈਗਾ ਪੈਰੇ ਚੇਂਜ ਹੋਣਗੇ। ਜੋ ਅਸੀਂ 17 18 ਨੂੰ ਕੀਤਾ ਉਹੀ ਅਸੀਂ ਅੱਜ ਕਰਾਂਗੇ। ਪਹਿਲਾ ਆਪਣਾ ਵਿਸ਼ਾ ਪੰਜਾਬੀ। ਹੇਠ ਲਿਖਿਆਂ ਪੈਰਿਆਂ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਅਸੀਂ ਪਹਿਲਾਂ ਪੈਰਾ ਪੜ੍ਹਨਾ, ਪੈਰਾ ਸਮਝ ਕੇ ਉਹਦੇ 'ਚੋਂ ਉੱਤਰ ਜਿਹੜੇ ਹੈਗੇ ਆ ਪੈਰੇ ਦੇ ਵਿੱਚ ਹੀ ਤੁਹਾਡੇ ਉੱਤਰ ਪਏ ਹੋਣਗੇ ਬੇਟੇ। ਮਿਲਖਾ ਸਿੰਘ ਰੋਮ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਜਿੱਤ ਨਾ ਸਕਿਆ। ਉਸਨੇ ਆਪਣੀ ਹਾਰ ਦੀ ਬਹੁਤ ਨਮੋਸ਼ੀ ਮੰਨੀ ਤੇ ਦੌੜ ਮੁਕਾਬਲੇ ਛੱਡਣ ਦਾ ਫੈਸਲਾ ਕਰ ਲਿਆ। ਪਰ ਆਪਣੇ ਦੋਸਤਾਂ ਦੇ ਦਿਲਾਸਾ ਦੇਣ ਤੇ ਉਸਨੇ ਅੱਗੇ ਜਕਾਰਤਾ ਵਿੱਚ ਹੋਈਆਂ ਖੇਡਾਂ ਵਿੱਚ ਭਾਗ ਲਿਆ ਤੇ ਸੋਨ ਤਗਮੇ ਜਿੱਤੇ। 1964 ਈਸਵੀ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਤੋਂ ਬਾਅਦ ਉਸਨੇ ਖੇਡਾਂ ਨੂੰ ਅਲਵਿਦਾ ਆਖ ਦਿੱਤਾ। 1971 ਈਸਵੀ ਵਿੱਚ ਫੌਜ ਦੀ ਨੌਕਰੀ ਛੱਡਣ ਉਪਰੰਤ ਉਸ ਨੂੰ ਪੰਜਾਬ ਸਰਕਾਰ ਦੁਆਰਾ ਖੇਡ ਵਿਭਾਗ ਵਿੱਚ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਤਾਂ ਬੇਟੇ ਤੁਸੀਂ ਇਹ ਸਮਝ ਹੀ ਗਏ ਹੋਵੋਗੇ ਵੀ ਇਹ ਪੈਰਾ ਕਿਸ ਦੇ ਬਾਰੇ ਹੈ। ਇਹ ਪੈਰਾ ਆਪਣੇ ਮਿਲਖਾ ਸਿੰਘ ਜੀ ਬਾਰੇ ਦਿੱਤਾ ਹੋਇਆ ਹੈ। ਉਹਨਾਂ ਦਾ ਕਿਹੜੀਆਂ ਮਤਲਬ ਜਿਵੇਂ ਉਹਨਾਂ ਨੇ ਓਲੰਪਿਕ ਖੇਡਾਂ ਖੇਡੀਆਂ, ਓਲੰਪਿਕ ਖੇਡਾਂ ਦੇ ਵਿੱਚ ਪਰ ਉਹਨਾਂ ਦਾ ਜਦੋਂ ਨਹੀਂ ਆਇਆ ਸੀਗਾ ਕੋਈ ਤਗਮਾ, ਤਾਂ ਉਹ ਆਪਣੀ ਹਾਰ ਦੀ ਬਹੁਤ ਨਮੋਸ਼ੀ ਮੰਨੀ। ਮਤਲਬ ਉਹਨਾਂ ਨੇ ਨਮੋਸ਼ੀ ਵੀ ਬਹੁਤ ਇੱਕ ਹੁੰਦਾ ਨਿਰਾਸ਼ਾਜਨਕ ਜਾਂ ਮਤਲਬ ਬੇਇੱਜ਼ਤੀ ਫੀਲ ਕਰਨਾ। ਉਹਨਾਂ ਨੂੰ ਲੱਗਿਆ ਵੀ ਜਿਹੜਾ ਇੰਨੀ ਮਿਹਨਤ ਕਰਕੇ ਵੀ ਅੱਗੇ, ਕਿਉਂਕਿ ਜੋ ਵੀ ਖਿਡਾਰੀ ਹੁੰਦੇ ਹੈ ਜਦੋਂ ਕੁਝ ਤਗਮਾ ਨਹੀਂ ਆਉਂਦਾ ਇੱਕ ਵਾਰੀ ਜ਼ਰੂਰ ਆਉਂਦਾ ਹੈ ਮਨ ਦੇ ਵਿੱਚ ਵੀ ਅਸੀਂ ਕਿਉਂ ਨਹੀਂ ਜਿੱਤ ਸਕੇ। ਪਰ ਉਹਨਾਂ ਨੂੰ ਜਿਹੜੀ ਹੈਗੀ ਪੰਜਾਬ ਸਰਕਾਰ ਨੇ ਖੇਡ ਵਿਭਾਗ ਵਿੱਚ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ, ਤਾਂ ਕਰ ਦਿੱਤਾ ਗਿਆ। ਪ੍ਰਸ਼ਨ ਆਪਣਾ ਪਹਿਲਾ ਹੈ, ਮਿਲਖਾ ਸਿੰਘ ਨੂੰ ਕਿਹੜੇ ਵਿਭਾਗ ਵਿੱਚ ਉੱਚ ਅਧਿਕਾਰੀ ਦੀ ਪਦਵੀ ਦਿੱਤੀ ਗਈ। ਤਾਂ ਕਿਹੜੇ ਉਹਦੇ ਵਿੱਚ ਦਿੱਤੀ ਗਈ ਸੀ, ਆਪਾਂ ਇਹ ਪੈਰੇ ਦੇ ਵਿੱਚ ਵੀ ਪੜ੍ਹਿਆ ਹੈਗਾ। ਉਸ ਨੌਕਰੀ ਲਾਸਟ ਸੈਕਿੰਡ ਲਾਈਨ ਦੇਖੋ ਜਿਹੜਾ ਹੈਗਾ, ਉਸ ਨੂੰ ਪੰਜਾਬ ਸਰਕਾਰ ਦੁਆਰਾ ਖੇਡ ਵਿਭਾਗ ਵਿੱਚ ਉੱਚ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ। ਤਾਂ ਇਹਦਾ ਮਤਲਬ ਮਿਲਖਾ ਸਿੰਘ ਨੂੰ ਕਿਹੜੇ ਵਿਭਾਗ ਵਿੱਚ ਉੱਚ ਅਧਿਕਾਰੀ ਦੀ ਪਦਵੀ ਦਿੱਤੀ ਗਈ। ਓਲੰਪਿਕ ਸਿੰਘ, ਖੇਡ ਵਿਭਾਗ, ਭਾਰਤੀ ਸੈਨਾ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਉੱਤਰ ਕੀ ਆਊਗਾ, ਐੜਾ ਖੇਡ ਵਿਭਾਗ। ਇੱਥੇ ਆਪਾਂ ਟਿਕ ਲਗਾ ਦਿੰਦੇ ਹਾਂ। ਦੂਸਰਾ ਪ੍ਰਸ਼ਨ ਹੈ, ਮਿਲਖਾ ਸਿੰਘ ਨੂੰ ਕਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਿਹੜਾ ਪੁਰਸਕਾਰ ਉਹਨਾਂ ਨੂੰ ਦਿੱਤਾ ਸੀ। ਆਪਾਂ ਹੁਣੇ ਇਹ ਆਹੀ ਦੇਖੋ ਖੇਡ ਵਿਭਾਗ ਦੇ ਨੀਚੇ ਹੀ ਪਿਆ, ਪਦਮ ਸ਼੍ਰੀ ਅਵਾਰਡ ਦਿੱਤਾ ਸੀ ਉਹਨਾਂ ਨੂੰ ਮਿਲਖਾ ਸਿੰਘ ਨੂੰ। ਤਾਂ ਊੜੇ 'ਤੇ ਹੈ ਭਾਰਤ ਰਤਨ, ਐੜੇ 'ਤੇ ਹੈ ਪਦਮ ਸ਼੍ਰੀ। ਤਾਂ ਪਦਮ ਸ਼੍ਰੀ ਦਿੱਤਾ ਸੀ, ਐੜੇ ਦੇ ਉੱਪਰ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਤੀਸਰਾ ਪ੍ਰਸ਼ਨ ਹੈ, ਮਿਲਖਾ ਸਿੰਘ ਨੇ ਓਲੰਪਿਕ ਖੇਡਾਂ ਵਿੱਚ ਕਿਹੜਾ ਤਗਮਾ ਜਿੱਤਿਆ। ਹੁਣ ਓਲੰਪਿਕ ਖੇਡਾਂ ਵਿੱਚ ਮਿਲਖਾ ਸਿੰਘ ਜੀ ਨੇ ਜਿੱਤਿਆ ਸੀਗਾ ਤਗਮਾ। ਪਹਿਲਾਂ ਤਾਂ ਇਹ ਪੈਰਾ ਦੇਖਦੇ ਹਾਂ ਆਪਾਂ। ਦੇਖੋ ਆਪਾਂ ਉੱਪਰ ਪੜ੍ਹਿਆ ਸੀ ਨਾ ਵੀ ਉਹਨਾਂ ਨੇ ਕੋਈ ਤਗਮਾ ਜਦੋਂ ਨਹੀਂ ਜਿੱਤਿਆ ਸੀ ਤਾਂ ਉਹਨਾਂ ਨੇ ਨਮੋਸ਼ੀ ਮੰਨੀ, ਫੇਰ ਹੀ ਛੱਡਣ ਦਾ ਫੈਸਲਾ ਕੀਤਾ, ਪਰ ਦੋਸਤਾਂ ਨੇ ਦਿਲਾਸਾ ਦਿੱਤਾ। ਇਹਦਾ ਮਤਲਬ ਓਲੰਪਿਕ ਖੇਡਾਂ ਵਿੱਚ ਉਹ ਕੋਈ ਮਤਲਬ ਤਗਮਾ ਨਹੀਂ ਜਿੱਤ ਸਕੇ ਸੀ। ਤਾਂ ਇਹਦੇ 'ਚ ਜਿਹੜਾ ਹੈਗਾ ਅੱਗੇ ਵੀ ਜਿਹੜਾ ਉਹਨਾਂ ਨੇ ਖੇਲਿਆ ਸੀਗਾ, ਪਰ ਆਪਣੇ ਪਹਿਲਾਂ ਓਲੰਪਿਕ ਖੇਡਾਂ ਵਿੱਚ ਜਿੱਤ ਨਾ ਸਕਿਆ।
ਉਸਨੇ ਆਪਣੀ ਹਾਰ ਦੀ ਬਹੁਤ ਨਮੋਸ਼ੀ ਮੰਨੀ ਤੇ ਦੌੜ ਮੁਕਾਬਲੇ ਛੱਡਣ ਦਾ ਫੈਸਲਾ, ਪਰ ਆਪਣੇ ਦੋਸਤਾਂ ਦੇ ਦਿਲਾਸਾ ਦੇਣ ਤੇ ਉਸਨੇ ਅੱਗੇ ਜਕਾਰਤਾ ਵਿੱਚ ਹੋਈਆਂ ਖੇਡਾਂ ਵਿੱਚ ਭਾਗ ਲਿਆ ਤੇ ਸੋਨ ਤਗਮੇ ਜਿੱਤੇ। ਤਾਂ ਹੁਣ ਸੋਨ ਤਗਮੇ ਕਿੱਥੇ ਜਿੱਤੇ ਸੀ ਉਹਨਾਂ ਨੇ? ਜਕਾਰਤਾ ਦੇ ਵਿੱਚ। ਤਾਂ ਮਿਲਖਾ ਸਿੰਘ ਜੀ ਨੇ ਸੋਨ ਤਗਮਾ ਜਿੱਤੇ ਸੀ, ਪਰ ਓਲੰਪਿਕ ਖੇਡਾਂ ਵਿੱਚ ਨਹੀਂ ਸੀ ਜਿੱਤੀਆਂ ਬੇਟੇ, ਉਹ ਜਿੱਤੀਆਂ ਸੀ ਉਹਨਾਂ ਨੇ ਏਸ਼ੀਅਨ ਗੇਮਸ ਦੇ ਵਿੱਚ। ਤਾਂ ਇੱਥੇ ਸਾਨੂੰ ਜਿਹੜਾ ਉਹ ਪੁੱਛ ਰਹੇ ਓਲੰਪਿਕ ਖੇਡਾਂ ਬਾਰੇ ਪੁੱਛ ਰਹੇ ਹੈ। ਜਕਾਰਤਾ ਦੇ ਵਿੱਚ ਜਿਹੜੀਆਂ ਗੇਮਾਂ 'ਚ ਉਹਨਾਂ ਨੇ ਸੋਨ ਤਗਮਾ ਜਿੱਤਿਆ ਸੀ ਉਹ ਗੇਮਸ ਏਸ਼ੀਅਨ ਗੇਮਸ ਸੀਗੀਆਂ। ਤਾਂ ਇੱਥੇ ਅਸੀਂ ਲਿਖਾਂਗੇ ਮਿਲਖਾ ਸਿੰਘ ਨੇ ਓਲੰਪਿਕ ਖੇਡਾਂ ਵਿੱਚ ਕਿਹੜਾ ਤਗਮਾ ਜਿੱਤਿਆ? ਉਹਨਾਂ ਨੇ ਊੜੇ ਤੇ ਪੁੱਛਿਆ ਸੋਨੇ ਦਾ, ਨਹੀਂ। ਐੜੇ ਤੇ ਚਾਂਦੀ ਦਾ, ਉਹ ਵੀ ਨਹੀਂ। ਕਾਂਸੇ ਦਾ, ਨਹੀਂ। ਉਪਰੋਕਤ ਵਿੱਚੋਂ ਕੋਈ ਨਹੀਂ। ਤੁਸੀਂ ਜਿਹੜੀ ਹੈਗੀ ਹੈ ਇਹ ਵਾਲੀ ਲਾਈਨ ਨੂੰ ਦੇਖ ਕੇ ਕਨਫਿਊਜ਼ ਨਹੀਂ ਹੋਣਾ ਵੀ, ਕਿਉਂਕਿ ਆਹ ਜਿਹੜੀ ਲਾਈਨ ਦਿੱਤੀ ਹੋਈ ਹੈ ਵੀ ਉਹਨਾਂ ਨੇ ਪਰ ਆਪਣੇ ਦੋਸਤਾਂ ਦੇ ਦਿਲਾਸਾ ਦੇਣ ਤੇ ਉਸਨੇ ਅੱਗੇ ਜਕਾਰਤਾ ਵਿੱਚ ਹੋਈਆਂ ਖੇਡਾਂ ਵਿੱਚ ਭਾਗ ਲਿਆ ਤੇ ਸੋਨ ਤਗਮੇ ਜਿੱਤੇ। ਇਹ ਸੋਨ ਤਗਮੇ ਜਿਹੜੇ ਜਿੱਤੇ ਸੀ ਉਹਨਾਂ ਨੇ ਜਕਾਰਤਾ ਦੇ ਵਿੱਚ ਜਿੱਤੇ ਸੀ, ਪਰ ਇਹ ਜਕਾਰਤਾ ਦੇ ਵਿੱਚ ਓਲੰਪਿਕ ਖੇਡਾਂ ਨਹੀਂ ਸੀ, ਇਹ ਖੇਡਾਂ ਸੀਗੀਆਂ ਏਸ਼ੀਅਨ ਗੇਮਸ। ਤਾਂ ਇਸ ਕਰਕੇ ਆਪਾਂ ਇਹਦਾ ਉੱਤਰ ਲਿਖਾਂਗੇ ਵੀ ਉਹਨਾਂ ਨੇ ਉਪਰੋਕਤ ਵਿੱਚੋਂ ਕੋਈ ਨਹੀਂ, ਵੀ ਕੋਈ ਜਿਹੜਾ ਹੈਗਾ ਨਹੀਂ ਜਿੱਤੇ ਸੀਗੇ ਕੋਈ ਵੀ ਤਗਮਾ। ਨਾਮੋਸ਼ੀ ਸ਼ਬਦ ਤੋਂ ਕੀ ਭਾਵ ਹੈ? ਤਾਂ ਨਾਮੋਸ਼ੀ ਵੀ ਦੇਖੋ ਬੇਟੇ ਉੱਪਰ ਪੈਰੇ 'ਚ ਆਇਆ ਸੀਗਾ। ਖੁਸ਼ੀ ਊੜੇ ਦਾ ਉੱਤਰ ਹੈਗਾ ਖੁਸ਼ੀ। ਖੁਸ਼ੀ ਤਾਂ ਨਹੀਂ ਸੀ ਹੋਈ ਉਹਨਾਂ ਨੂੰ ਜਦੋਂ ਉਹ ਓਲੰਪਿਕ ਖੇਡਾਂ ਦੇ ਵਿੱਚ ਹਾਰ ਗਏ ਸੀਗੇ, ਕੋਈ ਮੈਡਲ ਨਹੀਂ ਆਇਆ, ਤਾਂ ਖੁਸ਼ੀ ਤਾਂ ਨਹੀਂ ਹੋਊਗੀ। ਸ਼ਰਮਿੰਦਗੀ, ਸ਼ਰਮਿੰਦਗੀ। ਪ੍ਰਸਿੱਧੀ, ਨਾਰਾਜ਼ਗੀ। ਸੱਸੇ ਤੇ ਹੈਗਾ ਨਾਰਾਜ਼ਗੀ। ਤਾਂ ਇਹਦੇ 'ਚ ਦੇਖੋ ਤੁਸੀਂ ਪੈਰੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਪਹਿਲੀ ਜਿਹੜੀ ਹੈਗੀ ਹੈ ਤੁਹਾਡੀ ਇੱਥੇ ਹੀ ਲਾਈਨ, ਦੂਸਰੀ ਲਾਈਨ ਹੀ ਹੈ। ਉਸਨੇ ਆਪਣੀ ਹਾਰ ਦੀ ਬਹੁਤ ਨਮੋਸ਼ੀ ਮੰਨੀ ਤੇ ਦੌੜ ਮੁਕਾਬਲੇ ਛੱਡਣ ਦਾ ਫੈਸਲਾ ਕਰ ਲਿਆ। ਕੋਈ ਵੀ ਦੌੜ ਮੁਕਾਬਲਾ ਜਾਂ ਕੁਝ ਵੀ ਛੱਡਣ ਦਾ ਫੈਸਲਾ ਕਦੋਂ ਕਰਦੇ? ਜਦੋਂ ਆਪਾਂ ਨੂੰ ਸ਼ਰਮਿੰਦਗੀ ਆਉਂਦੀ ਹੈ ਆਪਣੇ ਆਪ 'ਤੇ। ਤਾਂ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਫੀਲ ਹੋਈ ਸੀ ਕਿ ਉਹ ਕੋਈ ਮੈਡਲ ਜਿੱਤ ਨਹੀਂ ਸਕੇ। ਤਾਂ ਇਹਦਾ ਮਤਲਬ ਇਹਦਾ ਆਨਸਰ ਹੋਊਗਾ ਸ਼ਰਮਿੰਦਗੀ। ਅਗਲਾ 5ਵਾਂ ਪ੍ਰਸ਼ਨ ਹੈ, ਤਗਮਾ ਦਾ ਤਗਮੇ ਨਾਲ ਜੋ ਸੰਬੰਧ ਹੈ ਇਸੇ ਤਰ੍ਹਾਂ ਖੇਡ ਦਾ ਸੰਬੰਧ ਕਿਸ ਨਾਲ ਹੋਵੇਗਾ? ਹੁਣ ਦੇਖੋ ਤਗਮਾ ਇੱਕ ਵਚਨ ਹੈ, ਤਗਮਾ ਇੱਕ ਹੋ ਗਿਆ, ਤਗਮੇ ਜ਼ਿਆਦਾ ਹੋ ਗਏ ਵੀ ਜਿਵੇਂ 2 3 4 ਆਪਾਂ ਕਹਿ ਸਕਦੇ ਇੱਕ ਤੋਂ ਜ਼ਿਆਦਾ ਉਹ ਤਗਮੇ। ਉਵੇਂ ਹੁਣ ਖੇਡ, ਇੱਕ ਖੇਡ ਕੋਈ ਵੀ, ਜਿਵੇਂ ਜਿਹੜੀ ਮਿਲਖਾ ਸਿੰਘ ਦੀ ਖੇਡ ਬਾਰੇ ਦੱਸਿਆ ਇਹਨਾਂ ਨੇ, ਉਹ ਮਤਲਬ ਮਿਲਖਾ ਸਿੰਘ ਭਾਗ ਮਿਲਖਾ ਰਨਿੰਗ ਦੇ ਵਿੱਚ ਸੀ ਨਾ, ਉਹ ਜਿਹੜੀਆਂ ਕਿਹੜੀ ਗੇਮ ਖੇਲਦੇ ਸੀਗੇ ਉਹ ਰਨਿੰਗ ਐਥਲੈਟਿਕਸ ਦੇ ਵਿੱਚ ਸੀ। ਤਾਂ ਹੁਣ ਆਈ ਬੈਡਮਿੰਟਨ ਦੀ ਵੀ ਗੇਮ ਹੁੰਦੀ ਹੈ। ਤਾਂ ਇੱਕ ਨੂੰ ਆਪਾਂ ਬੋਲਦੇ ਜੇ ਖੂਬ ਸਾਰੀਆਂ ਹੋਣ ਤਾਂ ਉਹਨੂੰ ਆਪਾਂ ਕਹਿ ਦਾਂਗੇ ਖੇਡਾਂ। ਤਾਂ ਹੁਣ ਊੜੇ ਤੇ ਹੈ ਖੇਡੀਆਂ, ਇਹ ਤਾਂ ਹੈ ਨਹੀਂ। ਐੜੇ ਤੇ ਹੈ ਖੇਡੇ, ਇਹ ਵੀ ਨਹੀਂ ਹੈਗਾ। ਈੜੀ ਤੇ ਹੈ ਖੇਡਾਂ। ਖੇਡ ਦਾ ਕੀ ਹੋਊਗਾ? ਜੇ ਆਪਾਂ ਤਗਮਾ ਤਗਮੇ ਦਾ ਸੇਮ ਸੰਬੰਧ ਦੇਖਣਾ ਹੈ ਤਾਂ ਖੇਡ ਦਾ ਕੀ ਬਣਦਾ? ਖੇਡਾਂ। ਤਾਂ ਆਪਣਾ ਪੰਜਾਬੀ ਦੇ ਹਰ ਰੋਜ਼ ਦੇਖੋ 5 ਪ੍ਰਸ਼ਨ ਆ ਰਹੇ ਹੈ, 5-5। ਤਾਂ ਪੰਜਾਬੀ ਦਾ ਆਪਣਾ ਜਿਹੜਾ ਹੈਗਾ ਪੈਸ 19 ਤਰੀਕ ਵਾਲਾ ਆਪਣਾ ਕੰਪਲੀਟ ਕਰ ਲਿਆ। ਅੱਗੇ ਚੱਲਦੇ ਹਾਂ ਆਪਾਂ ਵਿਸ਼ਾ ਗਣਿਤ ਦੇ ਉੱਪਰ। ਤੁਹਾਨੂੰ ਸਕਰੀਨ ਦੇ ਉੱਪਰ ਸਾਰਿਆਂ ਨੂੰ ਦਿਖ ਰਿਹਾ ਹੋਊਗਾ। ਇੱਥੇ ਦੇਖੋ ਬੇਟੇ ਗਣਿਤ ਦੇ ਵਿੱਚ ਹੈ, ਤਸਵੀਰ ਵਿੱਚ ਦਿਖਾਈ ਡਾਇਰੀ। ਹੁਣ ਤਸਵੀਰ ਦੇ ਵਿੱਚ ਕੀ ਦਿਖਾਇਆ ਹੋਇਆ ਇਹਨਾਂ ਨੇ? ਡਾਇਰੀ ਦਿੱਤੀ ਹੋਈ ਹੈ, ਆਹ ਡਾਇਰੀ ਹੈ, ਆਹ ਬੈਗ ਹੈ, ਅਤੇ ਬਸਤੇ ਦਾ ਕੁੱਲ ਮੁੱਲ ਕਿੰਨਾ ਹੋਵੇਗਾ? ਦੋਨਾਂ ਦਾ ਉਹਨਾਂ ਨੇ ਮੁੱਲ ਪੁੱਛਿਆ। ਤਾਂ ਆਹ ਬਸਤਾ ਹੈ। ਹੁਣ ਤੁਸੀਂ ਦੇਖੋ ਇੱਥੇ 250 ਰੁਪਏ ਲਿਖੇ ਹੋਏ ਆ ਡਾਇਰੀ ਤੇ, 250 ਲਿਖੇ ਹੋਏ ਆ। ਆਹ ਕਿੰਨੇ ਹੈਗੇ? 321। ਤਾਂ ਆਪਾਂ ਨੂੰ ਹਮੇਸ਼ਾ ਜ਼ਰੂਰੀ ਨਹੀਂ ਹੈ ਵੀ ਆਪਾਂ ਕਾਪੀ ਪੈਨਸਿਲ ਹੀ ਹੱਥ 'ਚ ਲਈਏ, ਆਪਾਂ ਮੂੰਹ ਜਵਾਨੀ ਵੀ ਇਹਦਾ, ਕਿਉਂਕਿ ਦੇਖੋ ਇੱਥੇ ਤੁਸੀਂ ਨੀਚੇ ਤੁਹਾਨੂੰ ਉੱਤਰ ਦਿੱਤੇ ਹੋਏ ਆ ਆਲਰੇਡੀ, ਤੁਸੀਂ ਟਿਕ ਕਰਨਾ। ਤਾਂ ਇਹਦੇ 'ਚ ਤੁਸੀਂ ਇਕਾਈ ਵਾਲਾ ਅੰਕ ਦੇਖੋਗੇ। ਹੁਣ ਜਦੋਂ ਇਕਾਈ ਆਹ ਦੇਖੋ ਇੱਥੇ ਸਪੋਜ਼ ਇਹ ਲਿਖਿਆ ਹੋਇਆ, ਵੈਸੇ ਲਿਖਣ ਦੀ ਜ਼ਰੂਰਤ ਨਹੀਂ ਹੈ, ਉੱਥੋਂ ਹੀ ਆਪਾਂ ਕਰ ਸਕਦੇ ਹਾਂ। ਇਹ ਜਸਟ ਸਮਝਾਉਣ ਵਾਸਤੇ ਦੱਸ ਰਹੀ ਹਾਂ ਮੈਂ। ਹੁਣ ਤੁਹਾਨੂੰ ਪਤਾ ਹੈ ਵੀ ਇਕਾਈ ਦੇ ਉੱਪਰ ਕਿਹੜਾ ਅੰਕ ਹੈ। ਡਾਇਰੀ ਕਿੰਨੇ ਦੀ ਹੈ? 250 ਦੀ। ਜਿਹੜਾ ਬੈਗ ਹੈ ਜਾਂ ਬਸਤਾ ਕਹਿ ਲਓ 321 ਰੁਪਏ ਦਾ। ਇਹਦੇ 'ਚੋਂ ਇਕਾਈ
ਵਾਲੇ ਸਥਾਨ ਦੋਨਾਂ ਦੇ ਵਿੱਚ ਡੈਰੀ ਦੇ ਇਕਾਈ ਵਾਲਾ ਸਥਾਨ ਜਿਹੜਾ ਹੈਗਾ 0 ਹੈ, 321 ਦੇ ਵਿੱਚ 1 ਹੈ। ਜੇ ਹੁਣ ਆਪਾਂ ਇਕਾਈਆਂ ਨੂੰ ਪਹਿਲਾਂ ਜੋੜੀਏ, ਹਮੇਸ਼ਾ ਆਪਾਂ ਇਕਾਈਆਂ ਤੋਂ ਜੋੜ ਕਰਨਾ ਸ਼ੁਰੂ ਕਰਦੇ ਹਾਂ, ਤਾਂ 0 ਦੇ ਵਿੱਚ ਜੇ ਆਪਾਂ 1 ਜੋੜ ਦਈਏ ਤਾਂ ਕਿੰਨਾ ਹੁੰਦਾ? 1 ਹੀ ਹੁੰਦਾ। ਤਾਂ ਹੁਣ ਇਹਦਾ ਮਤਲਬ ਆਪਾਂ ਪਿੱਛੇ ਨੀਚੇ ਜੇ ਆਪਾਂ ਉੱਤਰਾਂ ਕਰਨੀ ਦੇਖੀਏ ਤਾਂ 1 ਵਾਲੇ 3 ਨੇ, ਊੜੇ ਦੇ ਵੀ ਇਕਾਈ 1 ਹੈ, ਐੜੇ ਤੇ ਵੀ ਇਕਾਈ 1 ਹੈ, ਈੜੀ ਤੇ ਹੈ ਨਹੀਂ, ਤਾਂ ਇਹਦਾ ਮਤਲਬ ਈੜੀ ਆਪਣਾ ਉੱਤਰ ਨਹੀਂ ਹੋ ਸਕਦਾ। ਇਹ ਤਿੰਨਾਂ 'ਚੋਂ ਹੋਊਗਾ 1। ਇਕਾਈ ਦਾ ਜੋੜ ਹੋ ਗਿਆ। ਹੁਣ ਦੇਖੋ ਦਹਾਈ ਦਾ, 5 ਤੇ 2 ਕਿੰਨੇ ਹੁੰਦੇ ਆ? 7 ਹੁੰਦੇ ਆ। ਹੁਣ ਊੜੇ 'ਚ ਦੇਖੋ ਦਹਾਈ ਵਾਲੇ ਸਥਾਨ ਤੇ 2 ਹੈ, ਇਹਦਾ ਮਤਲਬ ਇਹ ਉੱਤਰ ਨਹੀਂ ਹੋ ਸਕਦਾ। ਐੜੇ ਤੇ ਵੀ 2 ਹੈ, ਇਹ ਵੀ ਨਹੀਂ ਹੋ ਸਕਦਾ। ਈੜੀ ਤੇ 5 ਹੈ, ਇਹ ਵੀ ਨਹੀਂ ਹੋ ਸਕਦਾ। ਈੜੀ ਤਾਂ ਆਪਾਂ ਪਹਿਲਾਂ ਹੀ ਕੱਟ ਕਰਤਾ ਸੀਗਾ ਵੀ ਇਹ ਹੋਣਾ ਨਹੀਂ। ਸੱਸੇ ਤੇ 7 ਹੈ। ਹੁਣ ਪਰ ਇਹ ਨਹੀਂ ਵੀ ਆਪਾਂ ਇੰਨਾ ਹੀ ਦੇਖ ਕੇ ਟਿਕ ਲਗਾ ਦੇਣੀ, ਆਪਾਂ ਚੈੱਕ ਵੀ ਕਰਨਾ ਅਗਲਾ। 3 ਤੇ 2, ਸੈਂਕੜੇ ਦੇ ਉੱਪਰ ਦੇਖੋ ਕਿੰਨੇ ਅੰਕ ਨੇ? 2 ਹੈ, ਇੱਧਰ 3 ਹੈ, ਇਹਨਾਂ ਦੋਨਾਂ ਨੂੰ ਜੋੜਿਆ ਤਾਂ 5 ਆ ਗਿਆ। ਤਾਂ ਇਹਦਾ ਮਤਲਬ ਆਪਣੀ ਰਕਮ ਜਿਹੜੀ ਹੈਗੀ ਉੱਤਰ ਕੀ ਬਣ ਗਿਆ? ਸੱਸਾ ਬਣ ਗਿਆ 571 ਰੁਪਏ। ਇਹਨਾਂ ਦੋਨਾਂ ਦਾ ਮੁੱਲ ਕਿੰਨਾ ਹੋਏਗਾ? 571 ਰੁਪਏ। ਚਲੋ ਜੀ ਅੱਗੇ ਦੂਸਰਾ ਕੁਐਸਚਨ ਕਰਦੇ ਹਾਂ ਆਪਾਂ। ਦੂਸਰੇ ਕੁਐਸਚਨ ਦੇ ਵਿੱਚ ਦੇਖੋ, ਦੀਪਕ ਨੇ ਕ੍ਰਿਕਟ ਖੇਡਦੇ ਹੋਏ 94 ਰਨ ਬਣਾ ਲਏ ਹਨ। ਹੋਰ ਕਿੰਨੇ ਰਨ ਬਣਾਉਣ ਨਾਲ ਉਸ ਦਾ ਸੈਂਕੜਾ ਪੂਰਾ ਹੋ ਜਾਵੇਗਾ? ਹੁਣ ਤੁਹਾਨੂੰ ਸਾਰਿਆਂ ਨੂੰ ਸੈਂਕੜਾ ਤਾਂ ਪਤਾ ਹੈ ਕੀ ਹੁੰਦਾ ਹੈ। ਸੈਂਕੜਾ ਮਤਲਬ 100। ਕਿੰਨੇ ਰਨ ਬਣਾ ਲਏ ਉਹਨੇ? 94 ਰਨ ਬਣਾ ਲਏ। ਹੁਣ 100 ਰਨ ਬਣਾਉਣ ਵਾਸਤੇ ਹੋਰ ਕਿੰਨੇ ਰਨ ਹੋਣਗੇ? ਤਾਂ 94, ਤੁਸੀਂ ਸਿੱਧਾ 4, 94 ਤੋਂ ਬਾਅਦ 100। ਇਹਦਾ ਮਤਲਬ ਜੇ ਤੁਸੀਂ 10 ਚੋਂ 4 ਵੀ ਘਟਾ ਦੋਗੇ ਤਾਂ ਇੱਕੋ ਹੀ ਗੱਲ ਹੈ। 10 ਚੋਂ 4 ਘਟਾਏ ਕਿੰਨੇ ਹੋਏ? 6। ਤਾਂ 6 ਰਨ ਜਿਹੜੇ ਹੈਗੇ ਉਹਨੇ ਹੋਰ ਬਣਾਉਣੇ ਆ। ਆਪਣਾ ਉੱਤਰ ਐੜੇ ਤੇ 6 ਰਨ ਪਿਆ, ਇਹ ਆ ਜਾਊਗਾ। ਕੁਛ ਆਦਤ ਪਾਓ ਮੂੰਹ ਜਵਾਨੀ ਸਵਾਲ ਕਰਨ ਦੀ। ਕਾਪੀ ਪੈਨਸਿਲ ਦੀ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ, ਪਰ ਥੋੜ੍ਹੀ ਬਹੁਤ। ਇਹ ਨਹੀਂ ਵੀ ਹੁਣ ਤੁਸੀਂ ਪੂਰਾ ਜੋੜ ਕਰਨਾ ਹੈ, ਪੂਰਾ ਘਟਾਓ ਕਰਨਾ ਹੈ। ਕੁਐਸਚਨਸ ਨੂੰ ਦੇਖ ਕੇ ਥੋੜ੍ਹਾ ਸਮਝਿਆ ਕਰੋ। ਹਾਂ, ਜੇ ਤੁਹਾਨੂੰ ਲੱਗਦਾ ਵੀ ਸਾਨੂੰ ਫਿਰ ਵੀ ਸਮਝ ਨਹੀਂ ਆ ਰਹੀ, ਤਾਂ ਸਾਈਡ 'ਤੇ ਤੁਸੀਂ ਜਿਹੜਾ ਹੈਗਾ ਪੇਜ ਲੈ ਕੇ, ਜਾਂ ਸਾਈਡ 'ਤੇ ਜਗ੍ਹਾ ਬਣੀ ਹੁੰਦੀ ਹੈ, ਉੱਥੇ ਤੁਸੀਂ ਰਫ ਵਰਕ ਕਰ ਸਕਦੇ ਹੋ। ਚਲੋ ਹੁਣ ਆਪਾਂ ਅੱਗੇ ਕੁਐਸਚਨ ਦੇਖਦੇ ਹਾਂ। ਅੱਗੇ ਕੁਐਸਚਨ ਹੈ ਤੁਹਾਡਾ ਤੀਸਰਾ। ਹੇਠ ਦਿੱਤੀ ਸਾਰਨੀ ਅਨੁਸਾਰ ਤੁਸੀਂ ਸਾਰੀਆਂ ਵਸਤੂਆਂ ਇੱਕ ਦੁਕਾਨ ਤੋਂ ਖਰੀਦੀਆਂ। ਆ ਤੁਹਾਨੂੰ ਸਾਰਨੀ ਦਿੱਤੀ ਹੋਈ ਹੈ, ਆ ਦਿੱਤੀ ਹੋਈ ਹੈ ਸਾਰਨੀ। ਉਹ ਕਹਿੰਦੇ ਇੱਕ ਦੁਕਾਨ ਤੋਂ ਖਰੀਦੀਆਂ। ਤੇਲ ਕਿੰਨੇ ਦਾ ਆਇਆ? 108 ਰੁਪਏ ਦਾ। ਚਾਵਲ ਕਿੰਨੇ ਆਏ? 256 ਰੁਪਏ ਦੇ। ਖੰਡ ਕਿੰਨੀ ਆਈ? 234 ਰੁਪਏ ਦੀ। ਤਾਂ ਉਹਨੂੰ ਕਹਿੰਦਾ ਜੇਕਰ ਤੁਸੀਂ ਦੁਕਾਨਦਾਰ ਨੂੰ, ਆ ਸਾਰਿਆਂ ਨੂੰ ਪਤਾ ਹੈ 500 ਦਾ ਨੋਟ ਹੈ, ਇੱਕ ਹੋਰ 500 ਦਾ ਨੋਟ ਹੈ, ਤਾਂ 500 ਦੇ 2 ਨੋਟ ਹੈ, ਰੁਪਏ ਦਿੱਤੇ, ਤਾਂ ਦੁਕਾਨਦਾਰ ਤੁਹਾਨੂੰ ਕਿੰਨੇ ਰੁਪਏ ਵਾਪਸ ਕਰੇਗਾ? ਹੁਣ ਦੇਖੋ ਇਹ 500 ਤੇ 500 ਕਿੰਨੇ ਹੋ ਗਏ? 1000 ਹੋ ਗਏ। ਦੁਕਾਨ ਦਾ ਕੰਮ ਤਾਂ ਤੁਸੀਂ ਸਾਰੇ ਬਹੁਤ ਵਧੀਆ ਕਰਦੇ ਹੋ ਔਰ ਤੁਹਾਨੂੰ ਕਾਫੀ ਨੌਲੇਜ ਹੈ। ਤਾਂ ਇਹਦਾ ਮਤਲਬ ਜਿਹੜਾ ਹੈਗਾ ਅਸੀਂ ਕੀ ਕਰਨਾ ਹੈ, ਉਹਨੇ 1000, ਤੁਸੀਂ ਜਾ ਕੇ 1000 ਰੁਪਏ ਦੇਤੇ। ਹੁਣ ਉੱਪਰ ਜਿਹੜੀਆਂ ਤੁਹਾਨੂੰ 3 ਚੀਜ਼ਾਂ ਦਿੱਤੀਆਂ ਹੋਈਆਂ ਨੇ, ਇਹਨਾਂ ਤਿੰਨਾਂ ਦਾ ਤੁਸੀਂ ਪਹਿਲਾਂ ਦੇਖਣਾ ਹੈ ਵੀ ਕਿੰਨਾ ਜੋੜ ਬਣਦਾ। ਹੁਣ ਜੇ ਆਪਾਂ ਇੱਥੇ ਹੀ ਹੋ ਜਾਊਗਾ ਇਹ 8। ਇਸ ਸਾਈਡ ਜੇ ਇੱਥੇ ਜੋੜ ਕਰ ਲਈਏ ਆਪਾਂ 8, ਇਕਾਈ ਵਾਲੇ ਪਹਿਲਾਂ ਜੋੜਨੇ ਆ। 8 ਤੇ 6 14, 14 ਤੇ 4 18। ਇੱਥੇ ਆਪਾਂ ਇਹਨਾਂ ਤਿੰਨਾਂ ਦਾ ਜੋੜ ਕਰ ਲੈਣਾ। ਜੋੜ 18 ਆ ਗਿਆ। 8 ਇੱਕ ਹਾਸਲ ਆ ਗਿਆ, ਆਪਣਾ ਦਹਾਈ ਤੇ ਚਲਾ ਗਿਆ। ਹੁਣ ਉੱਪਰ ਦਹਾਈ ਦੇ ਸਥਾਨ ਤੇ ਇੱਥੇ 0 ਹੈ, ਉਦੋਂ ਨੀਚੇ 5, 5 ਤੇ 3 8। ਹਾਸਲ ਨੂੰ ਵੀ ਜੋੜ ਲੈਣਾ। 5 ਤੇ 3 8 ਤੇ 1 9 ਹੋ ਗਏ। ਹੁਣ ਕੋਈ ਹਾਸਲ ਨਹੀਂ ਹੈ। ਹੁਣ ਸੈਂਕੜੇ ਵਾਲੇ ਜੋੜ ਲਓ। 2 ਤੇ 2 4 ਤੇ 1 5। ਮਤਲਬ ਤੁਸੀਂ 598 ਦਾ ਸਮਾਨ ਲੈ ਲਿਆ। ਜੇਕਰ ਤੁਸੀਂ ਦੁਕਾਨਦਾਰ ਨੂੰ ਕਿੰਨੇ ਦਿੱਤੇ ਆ? 1000 ਰੁਪਏ। ਤਾਂ ਦੁਕਾਨਦਾਰ ਤੁਹਾਨੂੰ ਕਿੰਨੇ ਰੁਪਏ ਵਾਪਸ ਕਰੇਗਾ? ਹੁਣ ਉਹਨੇ ਕਿੰਨੇ ਰੁਪਏ ਵਾਪਸ ਕਰਨੇ? ਤੁਸੀਂ 500 ਇੱਕ ਨੋਟ ਦਿੰਦੇ ਤਾਂ ਪਿੱਛੇ 98 ਰੁਪਏ ਤੁਹਾਨੂੰ ਹੋਰ ਦੇਣੇ ਪੈਣੇ ਸੀਗੇ। 100 ਰੁਪਏ ਦਾ ਦਿੰਦੇ ਤਾਂ ਹੁਣ ਤੁਸੀਂ ਸੋਚ ਲਓ ਵੀ ਇੱਕ 500 ਦਾ ਤਾਂ ਦੇਖੋ ਸਾਡਾ ਲੱਗ ਹੀ ਗਿਆ। 598 ਚੋਂ ਤੁਸੀਂ ਜੇ ਇੱਕ 500 ਦਾ ਨੋਟ ਤਾਂ ਦੇਤਾ, ਇਹ ਤਾਂ ਲੱਗ ਗਿਆ।
ਬਾਕੀ ਤਾਂ ਤੁਸੀਂ ਉੱਪਰਲੇ 98 ਰੁਪਏ ਹੀ ਦੇਣੇ ਸੀ, ਮਤਲਬ 100 ਚੋਂ 2 ਰੁਪਏ ਹੀ ਦੇਣੇ ਸੀਗੇ ਤੁਸੀਂ। ਤਾਂ ਤੁਹਾਨੂੰ 1000 ਦੇ ਵਿੱਚੋਂ ਪੂਰਾ 500 ਤਾਂ ਜਿਹੜਾ ਹੈਗਾ ਉਹਨੇ ਮੋੜਨਾ ਨਹੀਂ, ਮਤਲਬ ਉਹ ਤੁਹਾਨੂੰ ਕਿੰਨੇ ਮੋੜੂਗਾ? 402 ਰੁਪਏ। 98 ਤੇ 2 100 ਹੁੰਦੇ ਆ, ਜੇ ਤੁਸੀਂ ਲਗਾਓ 98 ਤੋਂ 2 100 ਹੋ ਗਿਆ, ਇਹਦਾ ਮਤਲਬ 500 ਤੇ 100 600 ਹੋ ਗਿਆ। ਤਾਂ ਕਿੰਨਾ ਪਿੱਛੇ ਰਹਿ ਗਿਆ? 1000 ਚੋਂ 600 ਕੱਢੇ, 400 ਰਹਿ ਗਿਆ। ਹਲੇ ਸੇਮ ਸਵਾਲ ਆਪਾਂ ਕੀਤਾ 10 ਚੋਂ 6, ਜਿਵੇਂ 10 ਚੋਂ 4 ਕੀਤਾ 6, ਚਾਹੇ 10 ਚੋਂ 6 ਘਟਾਓ 4 ਆ ਜਾਊਗਾ। ਤਾਂ ਹੁਣ ਇਹਦਾ ਮਤਲਬ ਸਾਡੇ ਕੋਲੇ ਵਾਪਸ ਉਹ ਕਿੰਨੇ ਦੁਕਾਨਦਾਰ ਮੁੱਲ ਦੇਊ ਆਪਾਂ ਨੂੰ ਪੈਸੇ ਵਾਪਸ ਦੇਊਗਾ? ਰੁਪਏ 402 ਰੁਪਏ। ਤਾਂ 402 ਰੁਪਏ ਆਪਣਾ ਉੱਤਰ ਆ ਗਿਆ। ਚੌਥਾ ਪ੍ਰਸ਼ਨ ਹੈ ਆਪਣਾ, 2 ਪਹੀਆਂ ਵਾਲੇ ਸਾਈਕਲ ਦੇ 2 ਪਹੀਏ ਹਨ, ਮਤਲਬ ਦੋ ਪਹੀਆਂ ਵਾਲੇ ਸਾਈਕਲ ਦੇ 2 ਪਹੀਏ ਹਨ ਅਤੇ 3 ਪਹੀਆ ਸਾਈਕਲ ਦੇ 3 ਪਹੀਏ ਹਨ। ਤਾਂ ਨੀਚੇ ਵੀ ਉਹਨਾਂ ਨੇ ਬਣਾ ਕੇ ਦਿਖਾਇਆ ਹੋਇਆ ਹੈ। ਆਹ 2 ਪਹੀਏ ਵਾਲਾ ਸਾਈਕਲ ਹੈ, ਇਹ ਵਾਲਾ 2 ਪਹੀਏ ਵਾਲਾ ਹੈ, ਇਹ 3 ਪਹੀਏ ਵਾਲਾ ਹੈ। ਇਹਦੇ 2 ਪਹੀਏ ਨੇ, 1 2, ਇਹਦੇ 3 ਨੇ। ਉਹ ਕਹਿੰਦੇ 2 ਪਹੀਏ ਵਾਲੇ ਸਾਈਕਲ ਦੇ 2 ਪਹੀਏ ਹਨ ਅਤੇ 3 ਪਹੀਏ ਵਾਲੇ ਸਾਈਕਲ ਦੇ 3 ਪਹੀਏ ਹਨ। ਨੀਚੇ ਕੁਐਸਚਨ 'ਚ ਪੁੱਛ ਰਿਹਾ 4 2 ਪਹੀਏ, ਇਹ ਵਾਲੇ ਕਿੰਨੇ ਹੈ ਤੁਹਾਡੇ ਕੋਲੇ ਸਾਈਕਲ? ਉਹ ਕਹਿੰਦਾ 4 2 ਪਹੀਏ ਅਤੇ 3 3 ਪਹੀਏ, ਇਹ 3 ਪਹੀਏ। ਸਾਈਕਲਾਂ ਦੇ ਕੁੱਲ ਕਿੰਨੇ ਪਹੀਏ ਹੋਣਗੇ? ਪਹੀਏ ਬਾਰੇ ਪੁੱਛਿਆ ਉਹਨਾਂ ਨੇ। ਪਹੀਏ ਜਿਹੜਾ ਹੈਗਾ, ਹੁਣ 4 ਜਿਹੜੇ ਸਾਈਕਲ ਹੈ 2 ਪਹੀਏ ਵਾਲੇ, ਇਹਨਾਂ ਦੇ ਕਿੰਨੇ ਪਹੀਏ ਹੋ ਗਏ? 4 ਦੂਣੀ 8, 8 ਹੋ ਗਏ ਇਹਦੇ ਪਹੀਏ। ਇਹ ਵਾਲੇ ਦੇ ਜਿਹੜੇ ਹੈਗੇ ਆ ਤੁਹਾਡੇ 3 ਦੇ 3 ਪਹੀਏ, 3 ਤੀਏ 9। ਤਾਂ ਟੋਟਲ ਕਿੰਨੇ ਹੋ ਗਏ ਤੁਹਾਡੇ ਕੋਲੇ ਫਿਰ? ਇਹ 8 ਤੇ 9 17। ਤਾਂ ਇੱਥੇ 17 ਸੱਸੇ ਤੇ ਉੱਤਰ ਦਿੱਤਾ ਹੋਇਆ ਆਪਾਂ ਨੂੰ। ਆਪਾਂ ਸੱਸਾ ਜਿਹੜਾ ਹੈਗਾ, ਸੱਸਾ ਉੱਤਰ ਆ ਜਾਏਗਾ ਆਪਣਾ। ਸੱਸੇ ਤੇ ਆਪਾਂ ਟਿਕ ਲਗਾ ਦਾਂਗੇ। ਅੱਗੇ 5ਵਾਂ ਪ੍ਰਸ਼ਨ ਹੈ ਤੁਹਾਡਾ, ਹੇਠਾਂ ਦਿੱਤੀ ਗਈ ਸੂਚੀ ਵਿੱਚ ਸਭ ਤੋਂ ਵੱਧ ਅੰਕ ਕਿਹੜੇ ਬੱਚੇ ਦੇ ਹਨ? ਤਾਂ ਹੁਣ ਇਹ ਜਿਹੜਾ ਹੈਗਾ ਤੁਹਾਨੂੰ ਅੰਕਾਂ ਦੀ ਪਹਿਚਾਣ ਹੁਣ ਇਕਾਈ, ਦਹਾਈ, ਸੈਂਕੜਾ ਤੱਕ ਤੁਸੀਂ ਕਰ ਚੁੱਕੇ ਹੋ। ਤਾਂ ਇੱਥੇ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਕਾਈ ਸੈਂਕੜਾ, ਇਹਦੇ 'ਚ ਦੇਖੋ 3 ਅੰਕੀ ਸੰਖਿਆ ਦਿੱਤੀ ਹੋਈ ਹੈ ਸਾਰਿਆਂ ਦੀ। ਤਿੰਨੇ ਜਿੰਨੇ ਬੱਚੇ ਹੈਗੇ ਆ ਸਾਰੇ ਬੱਚਿਆਂ ਦੀ 3 ਅੰਕੀ ਸੰਖਿਆ ਨੇ, ਅੰਕ ਵੀ 3 ਅੰਕਾਂ 'ਚ ਹੀ ਹੈ। ਤਾਂ ਇਹਦਾ ਮਤਲਬ ਅਸੀਂ ਸਭ ਤੋਂ ਪਹਿਲਾਂ ਸੈਂਕੜੇ ਦੇ ਉੱਪਰ ਦੇਖਣਾ ਹੈ। ਸਭ ਤੋਂ ਉਹਨਾਂ ਨੇ ਵੱਧ ਅੰਕ ਪੁੱਛੇ, ਵੱਧ ਵਾਲੇ ਕਿਹਦੇ ਹੈ? ਇੱਥੇ ਸੈਂਕੜੇ ਵਾਲੇ ਵੱਧ ਵਾਲੇ ਕਿਹੜੇ ਕਿਹੜੇ ਬੱਚੇ ਹੈ? ਇੱਕ ਤਾਂ ਸਿਮਰਨ ਹੈ, ਉਹਦਾ ਸੈਂਕੜਾ ਵਾਲੀ ਸਥਾਨ ਤੇ 2 ਹੈ, ਤੇ ਇੱਕ ਮਨੋਜ ਹੈ, ਇਹਦਾ 237 ਹੈ। ਹੁਣ ਉਸ ਤੋਂ ਬਾਅਦ ਆਪਾਂ ਦਹਾਈ ਤੇ ਆ ਜਾਣਾ। ਦਹਾਈ ਦੇ ਵਿੱਚ ਜ਼ਿਆਦਾ ਕਿਹਦੀਆਂ ਦਹਾਈਆਂ ਨੇ? ਮਨੋਜ ਦੀਆਂ 3 ਦਹਾਈਆਂ, ਸਿਮਰਨ ਦੀ 1 ਦਹਾਈ ਹੈ। ਇਹਦਾ ਮਤਲਬ ਜ਼ਿਆਦਾ ਅੰਕ ਕਿਹਦੇ ਹੈ? ਮਨੋਜ ਦੇ ਹੈ। 237 ਜਿਹੜੇ ਹੈਗੇ ਹੈ ਮਨੋਜ ਹੈ, ਤਾਂ ਮਨੋਜ ਦੇ ਵੱਧ ਅੰਕ ਨੇ। ਤਾਂ ਆਪਣਾ ਗਣਿਤ ਦੇ ਵੀ ਦੇਖੋ 5 ਸਵਾਲ ਹੋ ਗਏ, ਆਪਾਂ ਪੰਜਾਬੀ ਦੇ ਵੀ ਕਰ ਲਏ। ਹੁਣ ਅੱਗੇ ਆਪਾਂ ਚੱਲਦੇ ਹਾਂ ਪੈਸ 19 ਤਰੀਕ ਵਾਲਾ ਅੱਜ ਇੰਗਲਿਸ਼ ਦੇ ਉੱਪਰ। ਤਾਂ ਇੰਗਲਿਸ਼ ਦੇ ਵਿੱਚ ਹੁਣ ਦੇਖੋ ਉਵੇਂ ਸੇਮ ਪੈਸੇਜ ਹੈ ਦਿੱਤਾ ਹੋਇਆ। ਰੀਡ ਦ ਪੈਸੇਜ ਗਿਵਨ ਬਿਲੋ ਐਂਡ ਆਨਸਰ ਦ ਕੁਐਸਚਨਸ। ਪਹਿਲਾਂ ਪੈਸੇਜ ਪੜ੍ਹਨਾ, ਫਿਰ ਤੁਸੀਂ ਕੁਐਸਚਨਸ ਦੇ ਆਨਸਰ ਦੇਣੇ। ਹੁਣ ਤੁਸੀਂ ਸਾਰੇ ਪਿਕਚਰ ਨੂੰ ਦੇਖ ਕੇ ਵੈਸੇ ਤਾਂ ਸਮਝ ਗਏ ਹੋਵੋਗੇ ਕਿ ਇਹ ਕਿਹਦੀ ਕਹਾਣੀ ਬਾਰੇ ਗੱਲ ਕਰ ਰਹੇ ਹੈ। ਸਾਰਿਆਂ ਨੇ ਇਹ ਵਾਲੀ ਕਹਾਣੀ ਆਲਰੇਡੀ ਬੱਚਿਆਂ ਨੇ ਸੁਣੀ ਹੋਈ ਹੈ। ਥਰਸਟੀ ਕਰੋ ਬਾਰੇ ਹੈ ਨਾ ਇਹ ਕਹਾਣੀ। ਪਿਕਚਰ ਤੋਂ ਸਮਝ ਆ ਰਿਹਾ ਤੁਹਾਨੂੰ ਸਾਰਿਆਂ ਨੂੰ? ਟਰੀ ਬਣਿਆ ਹੋਇਆ ਹੈ, ਸਟੋਨਸ ਬਣੇ ਹੋਏ ਹੈ, ਇੱਥੇ ਕਰੋ ਬਣਿਆ ਹੋਇਆ ਹੈ। ਆਪਾਂ ਕਰੋ ਦਾ ਜਿਹੜਾ ਹੈਗਾ ਤੁਸੀਂ ਕੀਤਾ ਸੀਗਾ, ਇਹ ਜਿਹੜਾ ਹੈਗਾ ਉਹਦਾ ਪੌਟ ਜਿਹਾ ਬਣਿਆ ਹੋਇਆ, ਉਹਦੇ 'ਚ ਉਹਨੇ ਸਟੋਨਸ ਪਾ ਲਏ ਸੀਗੇ। ਚਲੋ ਆਪਾਂ ਇਹਨੂੰ ਜਿਹੜਾ ਹੈਗਾ ਸਟੋਰੀ ਨੂੰ ਪੜ੍ਹਦੇ ਹਾਂ ਕੀ ਹੈ ਇਹਦੇ 'ਚ। Once there was a crow. He was very thirsty. ਤਾਂ ਹੁਣ he crow ਲਈ ਯੂਜ਼ ਕੀਤਾ ਗਿਆ, ਇਹ ਧਿਆਨ ਰੱਖਣਾ। He flew here and there in search of water. He could not find water anywhere. At last
He reached in a garden. He saw a pot of water in the garden. He was very happy. There was a very little water in the pot. ਤਾਂ ਹੁਣ ਇਹਦੇ 'ਚ ਪੈਸੇਜ ਜਿਹੜਾ ਹੈ ਆਪਾਂ ਨੂੰ ਇੰਨਾ ਹੀ ਦਿੱਤਾ ਹੋਇਆ ਹੈ ਤੇ ਇਹਦੇ 'ਚ ਜਿਹੜੇ ਕੁਐਸਚਨਸ ਹੈ ਆਪਾਂ ਦੇਖਦੇ ਹਾਂ। ਕੁਐਸਚਨ ਫਰਸਟ ਹੈ ਤੁਹਾਡਾ, ਕੁਐਸਚਨ ਫਰਸਟ ਆ ਪਿਆ, ਹੂ ਵਾਸ ਥਰਸਟੀ। ਥਰਸਟੀ ਕੌਣ ਸੀ? ਤੇ ਇੱਥੇ ਤੁਸੀਂ ਪੈਰੇ ਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਤੁਹਾਡੇ, ਹੀ ਵਾਸ ਵੈਰੀ ਥਰਸਟੀ। ਸੈਕਿੰਡ ਲਾਈਨ ਹੈ ਆਪਣੀ, ਹੀ ਵਾਸ ਵੈਰੀ ਥਰਸਟੀ। ਤਾਂ ਆ ਇੱਥੇ ਦਿੱਤਾ ਹੋਇਆ ਥਰਸਟੀ, ਹੀ। ਹੁਣ ਹੀ ਕੌਣ ਹੈ? ਕ੍ਰੋ ਹੈ। ਤਾਂ ਇੱਥੇ ਆਪਸ਼ਨਸ ਦੇ ਵਿੱਚ ਦੇਖੋ, ਏ ਤੇ ਹੈ ਡੌਗ, ਬੀ ਤੇ ਹੈ ਬੀ, ਸੀ ਤੇ ਕ੍ਰੋ, ਡੀ ਤੇ ਸਪੈਰੋ। ਤਾਂ ਆਪਾਂ ਨੂੰ ਪਤਾ ਹੈ ਕ੍ਰੋ ਥਰਸਟੀ ਸੀ, ਆਪਾਂ ਕ੍ਰੋ ਤੇ ਟਿਕ ਲਗਾ ਦਾਂਗੇ। ਸੈਕਿੰਡ ਕੁਐਸਚਨ ਹੈ, ਵਟ ਡਿਡ ਕ੍ਰੋ ਸੀ ਇਨ ਦਾ ਗਾਰਡਨ। ਕ੍ਰੋ ਨੇ ਕੀ ਦੇਖਿਆ ਗਾਰਡਨ ਦੇ ਵਿੱਚ? ਹੁਣ ਪਿਕਚਰ ਦਿੱਤੀਆਂ ਹੋਈਆਂ ਤਾਂ ਤੁਹਾਨੂੰ ਪਿਕਚਰਸ ਤੋਂ ਪਤਾ ਹੈ ਕੀ ਦਿਖ ਰਿਹਾ। ਦੇਖੋ ਗਾਰਡਨ ਦੇ ਵਿੱਚ ਆਹ ਦੇਖਿਆ ਸੀ ਨਾ ਉਹਨੇ, ਪੌਟ, ਪੌਟ ਦੇਖਿਆ ਸੀ ਉਹਨੇ ਗਾਰਡਨ 'ਚ। ਤਾਂ ਅਸੀਂ ਪੌਟ ਦੇ ਏ ਆਪਸ਼ਨ ਤੇ ਹੀ ਹੈ, ਏ ਤੇ ਟਿਕ ਲਗਾ ਦਾਂਗੇ। ਥਰਡ ਕੁਐਸਚਨ ਹੈ, ਦ ਕ੍ਰੋ ਵਾਜ਼ ਵੈਰੀ ਡੈਸ਼ ਟੂ ਸੀ ਅ ਪੌਟ ਆਫ ਵਾਟਰ ਇਨ ਦਾ ਗਾਰਡਨ। ਜਦੋਂ ਨੇ ਪਾਣੀ ਦੇਖਿਆ ਪੌਟ ਦੇ ਵਿੱਚ ਤਾਂ ਕੀ ਹੋ ਗਿਆ ਸੀਗਾ? ਐਸ ਏ ਆਪਸ਼ਨ ਹੈ ਐਸ ਏ ਡੀ, ਸੈਡ, ਸੈਡ ਹੋ ਗਿਆ ਸੀ। ਬੀ ਤੇ ਹੈ ਐਂਗਰੀ, ਕਿ ਐਂਗਰੀ ਹੋ ਗਿਆ ਸੀ। ਸੀ ਤੇ ਓਨੈਸਟ, ਡੀ ਤੇ ਹੈਪੀ। ਹੁਣ ਇਹਨਾਂ ਚਾਰਾਂ 'ਚੋਂ ਉਹ ਕੀ ਹੋ ਗਿਆ ਸੀ ਪਾਣੀ ਨੂੰ ਦੇਖ ਕੇ? ਹੈਪੀ, ਖੁਸ਼ ਹੋ ਗਿਆ ਸੀ ਉਹ। ਤਾਂ ਆਪਾਂ ਹੈਪੀ ਦੇ ਉੱਪਰ ਟਿਕ ਲਗਾ ਦਾਂਗੇ। ਫੋਰਥ ਕੁਐਸਚਨ ਹੈ, ਚੂਜ਼ ਪਲੂਰਲ ਆਫ ਗਾਰਡਨ। ਗਾਰਡਨ ਦਾ ਤੁਸੀਂ ਪਲੂਰਲ ਦੱਸਣਾ ਹੈ। ਇਹ ਦੇਖੋ ਬੱਚੋ ਕੱਲ ਵੀ ਆਇਆ ਸੀਗਾ, ਸਿੰਗੂਲਰ ਪਲੂਰਲ ਆਪਾਂ ਕੀਤਾ ਸੀ। ਸਿੰਗੂਲਰ ਪਲੂਰਲ ਕੀ ਹੁੰਦੇ ਹੈ? ਸਿੰਗੂਲਰ ਹੁੰਦਾ ਇੱਕ ਲਈ, ਪਲੂਰਲ ਹੁੰਦਾ ਜ਼ਿਆਦਾ ਵਾਸਤੇ। ਤਾਂ ਹੁਣ ਇਹਨਾਂ ਨੇ ਗਾਰਡਨ ਦਾ ਪਲੂਰਲ ਪੁੱਛਿਆ, ਮਤਲਬ ਗਾਰਡਨ ਇੱਕ ਜ਼ਿਆਦਾ ਵਾਸਤੇ ਆਪਾਂ ਕੀ ਯੂਜ਼ ਕਰਾਂਗੇ? ਇਹਦੇ ਹੈ ਗਾਰਡਨਰ, ਗਾਰਡਨਰ ਤਾਂ ਮਾਲੀ ਹੁੰਦਾ। ਬੀ ਗਾਰਡਨਸ, ਤਾਂ ਗਾਰਡਨਸ ਇਹਦੇ 'ਚ ਆ ਜਾਊਗਾ ਆਨਸਰ ਬੀ। ਫਿਫਥ ਕੁਐਸਚਨ ਹੈ ਤੁਹਾਡਾ, ਚੂਜ਼ ਦ ਨਾਊਨ। ਤਾਂ ਅਸੀਂ ਕੱਲ ਵੀ ਕੀਤਾ ਸੀ। ਨਾਊਨ ਕੀ ਹੁੰਦਾ? ਕਿਸੇ ਵੀ ਜਗ੍ਹਾ ਦਾ ਨਾਮ ਜਾਂ ਜੋ ਚੀਜ਼ ਸਾਨੂੰ ਦਿਖਦੀ ਹੈ, ਜੋ ਚੀਜ਼ ਸਾਨੂੰ ਫੀਲ ਹੁੰਦੀ ਹੈ, ਉਹਨੂੰ ਅਸੀਂ ਨਾਊਨ ਨਹੀਂ ਬੋਲਦੇ। ਤਾਂ ਇਹਦੇ ਵਿੱਚ ਜਿਹੜਾ ਹੈਗਾ ਸੀ ਇਹ ਧਿਆਨ ਰੱਖਣਾ। ਇਹਦੇ ਉੱਪਰ ਹੈ ਫਲਿਊ, ਫਲਿਊ ਮਤਲਬ ਹੁੰਦਾ ਉੜਨਾ। ਬੀ ਤੇ ਹੈ ਲਿਟਲ, ਛੋਟਾ ਜਿਹਾ। ਸੀ ਤੇ ਵੈਰੀ, ਵੈਰੀ ਵੀ ਆਪਾਂ ਨਾਲ ਯੂਜ਼ ਕਰਦੇ ਹਾਂ। ਡੀ ਤੇ ਹੈ ਵਾਟਰ। ਤਾਂ ਹੁਣ ਇੱਥੇ ਨਾਊਨ ਕੀ ਹੈ ਆਪਣੇ ਕੋਲੇ? ਵਾਟਰ। ਡੀ ਦੇ ਉੱਪਰ ਆਪਾਂ ਟਿਕ ਕਰ ਦਾਂਗੇ। ਤਾਂ ਇੰਗਲਿਸ਼ ਦੇ ਆਪਾਂ 5 ਕੁਐਸਚਨਸ ਕਰ ਲਏ ਪੈਸ ਤੇ। ਹੁਣ ਚੱਲਦੇ ਹਾਂ ਆਪਾਂ 19 ਤਰੀਕ ਦਾ ਜੋ ਆਪਾਂ ਕਰ ਰਹੇ ਹਾਂ ਸਾਰੇ हिंदी विषय थे। निम्नलिखित पैरे को पढ़कर प्रश्नों के उत्तर लिखिए। तो इसमें भी आपने पैरे को पढ़ना है, पहले समझना है, फिर उत्तर पे जाना है। बच्चों के लिए रंग बिरंगे खिलौने बनाने वाले रामू काका को कौन नहीं जानता था। वह मिट्टी के बड़े ही प्यारे प्यारे खिलौने बनाते थे, जैसे शेर, भालू, तोता, मोर आदि। फिर उन्हें रंगों से सजाकर ऐसा बना देते मानो वह जिंदा हो। रामू काका राघोपुर गांव में अपनी झोपड़ी में अकेले ही रहते थे। उस गांव के जमींदार भानु प्रताप सिंह हर बसंत पंचमी पर गांव के मंदिर के पास एक मेला लगवाया करते थे, जिसे देखने लोग दूर दूर से शहर से आते थे। रामू काका उस मेले में अपने खिलौने बेचने के लिए ले जाते थे।
बच्चे बड़े ही चाव से उनके खिलौने लिया करते थे। तो अब बेटे ये जो हमने अभी पढ़ा पैरा, तो ये पैरा किसके बारे में है? इसमें रामू काका के बारे में बताया हुआ है। रामू काका कौन है? जो बच्चों के लिए खिलौने बनाते हैं रंग बिरंगे, उनके बारे में बताया है कि वो खिलौने बनाते हैं। मेला कहाँ पे लगता है? गांव के मंदिर के पास में लगता है। वहाँ पे भानु प्रताप सिंह रहते हैं गांव में। बसंत पंचमी पर लगता है मेला ये। तो जो भी पैरा पढ़ा है उसको छोटा छोटा दिमाग में रखना है कि उसमें मेन मेन क्या चीज़ें हैं। तो अब प्रश्न पहला है हमारा, रामू काका को कौन नहीं जानता था? वाक्य में कौन नहीं जानता का भाव क्या है? इसमें पूछा है कि रामू काका को कौन नहीं जानता था, इसका क्या मतलब? इसमें कौन नहीं जानता था उसका भाव क्या है? तो ये नीचे जो क पे दिया हुआ है, कोई नहीं जानता था, क्या इसका मतलब है? नहीं, रामू काका को कौन नहीं जानता था? उसको तो सारे बच्चे जानते थे। ख पे है, कोई उनसे बात नहीं करता था, ये भी गलत है, बच्चे तो उनके पास जाते थे। ग पे है, उन्हें सभी पहचानते थे, ये हो सकता है क्योंकि बच्चे तो सारे पहचानते थे। घ पे भी देख लेते क्या है, वह बहुत बड़े आदमी थे। आदमी तो थे पर बहुत बड़े नहीं थे, क्योंकि वो तो झोपड़ी में रहते थे और बच्चों के खिलौने बनाते थे। तो वैसे तो वो आदमी, हर आदमी बड़ा ही होता है, पर इसमें जो ऑप्शन हमारे पास है, उन्हें सभी पहचानते थे, तो इसमें जो है उत्तर क्या आ जाएगा? उन्हें सभी पहचानते थे। ग पे हम टिक लगा देंगे। दूसरा प्रश्न है, मेला कहाँ लगाया जाता था? तो हमने इसमें पैरे में पढ़ा था, मेला गांव के मंदिर के पास लगाया जाता था। तो ये वाली लाइन जो है, गांव के मंदिर के पास में, इसके नीचे ये पैरे में पड़ी है, देखो। तो अब मेला कहाँ लगाया जाता था? क पे ऑप्शन है, बाजार में लगाया जाता था। बाजार में तो नहीं लगता था मेला, गलत है ये। ख पे मंदिर के पास लगाया जाता था। ख ऑप्शन हमारी ठीक है। हमने आगे वाली भी पढ़ लेते हैं। ग पे खुले मैदान में लगाया जाता था। घ पे मंदिर के पीछे लगाया जाता था। तो मंदिर के पीछे तो लगाया नहीं जाता था, मंदिर के पास लगाया जाता था। तो हम इसमें ख पे टिक लगा देंगे। तीसरा प्रश्न है, जमींदार भानु प्रताप सिंह कहाँ रहते थे? तो अभी हमने पढ़ा था पैरे में कि जो भानु प्रताप सिंह, उन वही लगवाते थे ना मेला, तो गांव में। तो इसमें मतलब वो कहाँ रहते थे? गांव में रहते थे। तो हम ऑप्शन इसमें देख लेते हैं कौन कौन सी है। क पे है शहर में, ख पे मंदिर में, ग पे झोपड़ी में, घ पे गांव में। तो इसका क्या उत्तर आ जाएगा? गांव में। बच्चे खिलौने, चौथा प्रश्न है, बच्चे खिलौने किससे लेते थे? तो खिलौने कौन देता था? क पे जमींदार से? नहीं। ख शहर से? नहीं। ग मेले से? मेले से लेते थे ना, वहीं पे तो काका आते थे, तो मेले से सही आ जाएगा। प्रश्न पांचवा है, ये कहानी किसके बारे में है? क पे है गांव के बारे में, ख मेले के बारे में, ग बच्चों के बारे में, घ खिलौने वाले के बारे में। खिलौने वाले के बारे में ये कहानी, तो हम घ पे निशानी लगा देंगे। तो ये हमारे हिंदी के भी प्रश्न हो गए। अब चलो विषय वातावरण सिक्ख्या। प्रश्न पहला है, समझदार बच्चे ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਆਦਤ ਨਹੀਂ ਹੁੰਦੀ? ਹੁਣ ਇੱਥੇ ਜੋ ਪੁੱਛ ਰਿਹਾ ਇਹ ਨਹੀਂ ਵਾਲੀ ਆਦਤ ਕਿਹਾ ਉਹਨਾਂ ਨੇ, ਕਿਹੜੀ ਆਦਤ ਨਹੀਂ ਹੁੰਦੀ? ਊੜੇ ਤੇ ਹੈ ਹਰ ਰੋਜ਼ ਦੰਦ ਸਾਫ਼ ਕਰਨਾ, ਇਹ ਤਾਂ ਆਦਤ ਹੁੰਦੀ ਹੈ ਅੱਛੇ ਬੱਚਿਆਂ 'ਚ, ਸਮਝਦਾਰ ਬੱਚਿਆਂ 'ਚ। ਸਮਝਦਾਰ ਬੱਚਿਆਂ ਬਾਰੇ ਪੁੱਛ ਰਹੇ ਹੋ, ਇਹ ਨਹੀਂ ਆਪਾਂ ਟਿਕ ਕਰ ਸਕਦੇ। ਐੜੇ ਤੇ ਹੈ ਪਾਣੀ ਦੀ ਦੁਰਵਰਤੋਂ ਨਾ ਕਰਨਾ, ਦੁਰਵਰਤੋਂ ਹਾਂ ਠੀਕ ਹੈ, ਨਹੀਂ ਕਰਦੇ ਉਹ। ਹਰ ਰੋਜ਼ ਨਹਾ ਕੇ ਸਕੂਲ ਆਉਣਾ, ਇਹ ਵੀ ਨਹੀਂ, ਇਹ ਵੀ ਆਦਤ ਹੁੰਦੀ ਹੈ।
ਦੂਜੇ ਬੱਚਿਆਂ ਨਾਲ ਝਗੜਾ ਕਰਨਾ, ਇਹ ਆਦਤ ਉਹਨਾਂ ਦੀ ਨਹੀਂ ਹੁੰਦੀ। ਤੇ ਇੱਥੇ ਆਪਾਂ ਟਿਕ ਕਰ ਦਾਂਗੇ। ਦੂਸਰਾ ਪ੍ਰਸ਼ਨ ਹੈ ਤੁਹਾਡਾ, ਤਸਵੀਰ ਸੰਕੇਤ ਕਰਦੀ ਹੈ। ਸੰਕੇਤ ਮਤਲਬ ਕੀ ਦੱਸਦੀ ਹੈ ਤੁਹਾਨੂੰ ਤਸਵੀਰ? ਤਸਵੀਰ ਦੇ ਵਿੱਚ ਦੇਖੋ ਕੀ ਲੱਗ ਰਿਹਾ ਤੁਹਾਨੂੰ? ਉਂਗਲੀ ਰੱਖੀ ਹੋਈ ਹੈ ਮੂੰਹ ਦੇ ਉੱਪਰ। ਇਹਦਾ ਮਤਲਬ ਕੀ ਨਿਸ਼ਾਨੀ ਹੈ? ਕਲਾਸ ਦੇ ਵਿੱਚ ਤੁਹਾਨੂੰ ਜਿਹੜੇ ਬੱਚੇ ਜ਼ਿਆਦਾ ਗੱਲ ਕਰ ਰਹੇ ਹੁੰਦੇ ਆ ਉਹਨਾਂ ਨੂੰ ਬੱਚੇ ਕਹਿੰਦੇ ਆ ਨਾ ਮੂੰਹ ਤੇ ਉਂਗਲੀ ਰੱਖ ਕੇ, ਕੀ ਬੋਲਦੇ ਆ? ਉਹਦਾ ਕੀ ਮਤਲਬ ਸਾਰਿਆਂ ਨੂੰ ਤੁਹਾਨੂੰ ਪਤਾ ਹੈ। ਵੈਰੀ ਗੁੱਡ। ਕੀ ਮਤਲਬ ਹੁੰਦਾ ਇਹਦਾ? ਚੁੱਪ ਹੋ ਜਾਓ। ਤਾਂ ਐੜੇ ਦੇ ਉੱਪਰ ਜਿਹੜੀ ਹੈਗੀ ਨਿਸ਼ਾਨੀ ਲਗਾ ਦਾਂਗੇ, ਚੁੱਪ ਹੋ ਜਾਓ। ਤੀਸਰਾ ਪ੍ਰਸ਼ਨ ਹੈ, ਦੀਪੂ ਦੇ ਭਰਾ ਦਾ ਵਿਆਹ ਹੈ, ਮਠਿਆਈ ਬਣਾਉਣ ਲਈ ਕਿਸ ਨੂੰ ਬੁਲਾਉਣਾ ਪਵੇਗਾ? ਤਾਂ ਮਠਾਈ ਜੋ ਬਣਾਉਂਦਾ ਹੈ ਉਹਨੂੰ ਆਪਾਂ ਕੀ ਬੋਲਦੇ ਆ? ਹਲਵਾਈ। ਊੜੇ ਤੇ ਹੈ ਦੁਕਾਨਦਾਰ। ਦੁਕਾਨਦਾਰ ਤਾਂ ਨਹੀਂ ਕਹਿੰਦੇ ਆਪਾਂ ਜੋ ਬਣਾਉਂਦਾ ਮਠਾਈ। ਐੜੇ ਤੇ ਹੈ ਮੋਚੀ। ਮੋਚੀ ਵੀ ਮਠਿਆਈ ਨਹੀਂ ਬਣਾਉਂਦਾ। ਈੜੀ ਤੇ ਹੈ ਹਲਵਾਈ। ਤਾਂ ਹਲਵਾਈ ਮਠਿਆਈ ਬਣਾਉਂਦਾ ਹੈ। ਤਾਂ ਦੀਪੂ ਦਾ ਭਰਾ ਦਾ ਵਿਆਹ ਤੇ ਕਿਹਨੂੰ ਬੁਲਾਇਆ ਜਾਊਗਾ? ਹਲਵਾਈ ਨੂੰ। ਚੌਥਾ ਪ੍ਰਸ਼ਨ ਹੈ, ਤੁਹਾਨੂੰ ਦਿੱਤੇ ਹੋਏ ਹੈ ਇਹ ਪੌਦੇ ਦਾ ਨਾਂ, ਜਿਸ ਖੇਤਰ ਵਿੱਚ ਮਿਲਦਾ ਹੈ ਪੌਦਾ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਪੌਦੇ ਦੇ ਨਾਂ ਦੇ ਨੀਚੇ ਲਿਖਿਆ ਹੋਇਆ ਹੈ ਪਹਿਲੇ ਨੰਬਰ ਤੇ ਬਦਾਮ। ਬਦਾਮ ਕਿੱਥੇ ਮਿਲਦੇ ਹੈ? ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼। ਦੂਜੇ ਨੰਬਰ ਤੇ ਹੈ ਨਾਰੀਅਲ। ਨਾਰੀਅਲ ਕਿੱਥੇ ਮਿਲਦਾ ਹੈ? ਕੇਰਲ ਅਤੇ ਗੋਆ। ਤੀਸਰੇ ਨੰਬਰ ਤੇ ਹੈ ਕਿੰਨੂ। ਕਿੰਨੂ ਕਿੱਥੇ ਮਿਲਦੇ ਹੈ? ਪੰਜਾਬ 'ਚ। ਚੌਥੇ ਨੰਬਰ ਤੇ ਹੈ ਸੰਤਰਾ। ਸੰਤਰਾ ਕਿੱਥੇ ਮਿਲਦਾ ਹੈ? ਮਹਾਰਾਸ਼ਟਰ 'ਚ। ਤਾਂ ਹੁਣ ਸੂਚੀ ਨੂੰ ਨੀਚੇ ਦਿੱਤਾ ਹੋਇਆ ਹੈ ਉਹਨਾਂ ਨੇ। ਸੂਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਰਾਜੂ ਛੁੱਟੀਆਂ ਵਿੱਚ ਘੁੰਮਣ ਲਈ ਗਿਆ ਤੇ ਉਸਨੇ ਉੱਥੇ ਵੱਡੀ ਗਿਣਤੀ ਵਿੱਚ ਨਾਰੀਅਲ ਦੇ ਪੌਦੇ ਦੇਖੇ। ਇਸ ਦਾ ਮਤਲਬ ਰਾਜੂ ਘੁੰਮਣ ਲਈ ਗਿਆ ਹੋਵੇਗਾ। ਹੁਣ ਉਹਨੇ ਕੀ ਦੇਖੇ ਉੱਥੇ? ਨਾਰੀਅਲ ਦੇ ਪੌਦੇ। ਤਾਂ ਨਾਰੀਅਲ ਦੇ ਪੌਦੇ ਜਿਹੜੇ ਹੈਗੇ, ਤੁਸੀਂ ਹੁਣ ਨਾਰੀਅਲ ਦੇ ਪੌਦੇ ਤਾਂ ਉਹਨੇ ਕਿੱਥੇ ਦੇਖੇ? ਘੁੰਮਣ ਲਈ ਗਿਆ ਤੇ ਉਸਨੇ ਉੱਥੇ ਵੱਡੀ ਗਿਣਤੀ ਵਿੱਚ ਨਾਰੀਅਲ ਦੇ ਪੌਦੇ ਦੇਖੇ। ਤਾਂ ਹੁਣ ਇੱਥੋਂ ਆਪਾਂ ਨੂੰ ਨਾਰੀਅਲ ਆ ਪਿਆ। ਨਾਰੀਅਲ ਕਿੱਥੇ ਮਿਲਦੇ ਹੈ? ਕੇਰਲ ਅਤੇ ਗੋਆ 'ਚ। ਤਾਂ ਹੁਣ ਆਪਾਂ ਨੀਚੇ ਆਪਸ਼ਨ ਦੇਖਦੇ ਹਾਂ। ਊੜੇ ਤੇ ਹੈ ਹਿਮਾਚਲ ਪ੍ਰਦੇਸ਼, ਨਹੀਂ। ਐੜੇ ਤੇ ਹੈ ਗੋਆ। ਤਾਂ ਠੀਕ ਹੈ, ਆਪਾਂ ਗੋਆ ਤੇ ਨਿਸ਼ਾਨੀ ਲਾ ਦਾਂਗੇ। ਇਹਦਾ ਮਤਲਬ ਕਿੱਥੇ ਘੁੰਮਣ ਗਏ ਸੀ? ਗੋਆ। ਤਾਂ ਆਪਣਾ ਇਹ ਵਾਲਾ ਪ੍ਰਸ਼ਨ ਹੋ ਗਿਆ ਚੌਥਾ। ਅਖੀਰਲਾ ਪ੍ਰਸ਼ਨ ਆ ਗਿਆ ਪੰਜਵਾਂ। ਕਿਹੜੇ ਜੁੱਟ ਵਾਲੇ ਜੰਤੂਆਂ ਤੋਂ ਅਸੀਂ ਪੀਣ ਲਈ ਦੁੱਧ ਪ੍ਰਾਪਤ ਕਰਦੇ ਹਾਂ? ਸਾਨੂੰ ਕਿਹੜੇ ਜੰਤੂਆਂ ਤੋਂ ਦੁੱਧ ਪ੍ਰਾਪਤ ਹੁੰਦਾ? ਉਹਨਾਂ ਨੇ ਕਿਹੜੇ ਜੁੱਟ ਵਾਲੇ ਕਿਹਾ ਹੈ, ਮਤਲਬ ਦੋ ਦੱਸਣੇ ਆ, ਦੋ ਦਿੱਤੇ ਹੋਏ ਆ ਉਹਨਾਂ ਨੇ। ਊੜੇ ਤੇ ਹੈ ਗਾਂ ਤੇ ਬੱਕਰੀ। ਇਹ ਤੋਂ ਅਸੀਂ ਪੀਣ ਲਈ ਦੁੱਧ ਪ੍ਰਾਪਤ ਕਰਦੇ ਹਾਂ। ਐੜੇ ਤੇ ਗਾਂ, ਘੋੜੀ। ਗਾਂ ਤੋਂ ਤਾਂ ਕਰਦੇ ਹਾਂ ਪਰ ਘੋੜੀ ਤੋਂ ਜਿਹੜਾ ਦੁੱਧ ਆਪਾਂ ਪੀਂਦੇ ਨਹੀਂ। ਈੜੀ ਬੱਤਖ, ਮੱਛੀ। ਇਹ ਵੀ ਨਹੀਂ ਹੈ। ਸੱਸੇ ਤੇ ਭੇਡ ਤੇ ਚਿੜੀ। ਤਾਂ ਹੁਣ ਇਹਦਾ ਮਤਲਬ ਇਹਨਾਂ ਚਾਰਾਂ ਚੋਂ ਊੜੇ ਆਪਸ਼ਨ ਦੀ ਠੀਕ ਹੈ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਸਮਝ ਆਈ ਹੋਊਗੀ ਸਲਾਈਡ ਇਹ। ਤੁਸੀਂ ਸਾਰੇ ਬੱਚਿਆਂ ਨੇ ਜੋ ਪਿਛਲੀਆਂ ਵੀ ਹੈ ਉਹਨਾਂ ਦੀ ਵੀ ਪ੍ਰੈਕਟਿਸ ਕਰਦੇ ਜਾਣਾ ਹੈ। ਕੁਝ ਵੀ ਸਮਝ ਨਹੀਂ ਆਉਂਦਾ ਤੁਸੀਂ ਜ਼ਰੂਰ ਦੱਸਣਾ ਹੈ, ਕਮੈਂਟ ਬਾਕਸ ਦੇ ਵਿੱਚ ਲਿਖੋ। ਔਰ ਜੇ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਤੁਸੀਂ ਲਾਈਕ ਵੀ ਕਰੋ ਅਤੇ ਸਬਸਕ੍ਰਾਈਬ ਵੀ, ਸ਼ੇਅਰ ਵੀ ਕਰੋ। ਧੰਨਵਾਦ ਤੁਹਾਡਾ ਬਹੁਤ ਬਹੁਤ।